ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਕੌਮਾਂਤਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2020-21 ਲਈ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਰੀ ਸ਼ਕਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਨਾਰੀ ਦੀਆਂ ਉਪਲਬਧੀਆਂ ਨੂੰ ਨਮਨ। ਆਪਰੇਸ਼ਨ ਗੰਗਾ ਤਹਿਤ ਹੁਣ ਤੱਕ ਤਕਰੀਬਨ 18,000 ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਆਪਰੇਸ਼ਨ ਗੰਗਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ। ਤੇ ਅਦਾਲਤ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ 22 ਮਾਰਚ ਤੱਕ ਵਧਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੱਜ ਕੌਮਾਂਤਰੀ ਮਹਿਲਾ ਦਿਵਸ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਦੇਸ਼ ਦੀਆਂ 29 ਔਰਤਾਂ ਨੂੰ ਸਾਲ 2020 ਅਤੇ 2021 ਲਈ 28 ਵਰਗਾਂ ਵਿੱਚ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ। ਇਹ ਪੁਰਸਕਾਰ ਭਾਸ਼ਾ ਵਿਗਿਆਨ, ਉਦਮਤਾ, ਖੇਤੀਬਾੜੀ, ਸਮਾਜਿਕ ਕਾਰਜ, ਕਲਾ ਅਤੇ ਸ਼ਿਲਪਕਾਰੀ, ਮਰਚੈਂਟ ਨੇਵੀ, ਸਿੱਖਿਆ ਅਤੇ ਸਾਹਿਤ ਅਤੇ ਦਿਵਿਆਂਗਤਾ ਅਧਿਕਾਰ ਵਰਗੇ ਖੇਤਰਾਂ 'ਚ ਦਿੱਤੇ ਗਏ। डॉक्टर इला लोध, वेस्ट त्रिपुरा पुत्र श्री देवांगन लोध। मुथु 2020 ਲਈ ਦਿੱਤੇ ਗਏ ਨਾਰੀ ਸ਼ਕਤੀ ਪੁਰਸਕਾਰ ਦੇ ਜੇਤੂਆਂ ਵਿੱਚ SAS ਨਗਰ ਦੀ ਮੀਰਾ ਠਾਕੁਰ ਵੀ ਸ਼ਾਮਲ ਹੈ। ਮੀਰਾ ਠਾਕੁਰ ਵੱਲੋਂ ਸਿੱਕੀ ਘਾਹ ਦੀਆਂ ਸੁੱਕੀਆਂ ਤੰਦਾਂ ਨਾਲ ਸ਼ਾਨਦਾਰ ਜ਼ੇਵਰ ਅਤੇ ਘਰ 'ਚ ਵਰਤਨਯੋਗ ਅਤੇ ਸਜਾਵਟ ਦੇ ਕੰਮ ਆਉਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਨੇ। ਜ਼ਿਕਰਯੋਗ ਹੈ ਕਿ ਇਸ ਵਾਰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਕੌਮਾਂਤਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਨਵੀਂ ਦਿੱਲੀ 'ਚ ਵਿਸ਼ੇਸ਼ ਸਮਾਗਮ ਕਰਵਾਏ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਮਹਿਲਾ ਦਿਵਸ ਤੇ ਨਾਰੀ ਸ਼ਕਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਦੀਆਂ ਉਪਲਬਧੀਆਂ ਨੂੰ ਨਮਨ ਕੀਤਾ ਹੈ। ਆਪਣੇ ਇੱਕ ਟਵੀਟ ਵਿੱਚ ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਖ-ਵੱਖ ਯੋਜਨਾਵਾਂ ਰਾਹੀਂ ਔਰਤਾਂ ਦੇ ਮਾਣ ਅਤੇ ਬਰਾਬਰ ਦੇ ਮੌਕੇ ਯਕੀਨੀ ਕਰਦਿਆਂ ਮਹਿਲਾ ਸਸ਼ਕਤੀਕਰਨ ਤੇ ਧਿਆਨ ਕੇਂਦਰਿਤ ਰੱਖੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਾਰੀ ਸ਼ਕਤੀ ਨੂੰ ਦੇਸ਼ ਦੇ ਵਿਕਾਸ ਦੇ ਸਫ਼ਰ ਵਿੱਚ ਅੱਗੇ ਰੱਖਣ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਅਤੇ ਕੋਸ਼ਿਸ਼ਾਂ ਅੱਗੇ ਵੀ ਹੋਰ ਵਧੇਰੇ ਜ਼ੋਰ ਨਾਲ ਜਾਰੀ ਰਹਿਣਗੀਆਂ। ਇੱਕ ਹੋਰ ਟਵੀਟ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਦੀਆਂ ਕਈ ਲੜੀਆਂ ਵਿੱਚ ਉਹਨਾਂ ਮਹਿਲਾ ਸਸ਼ਕਤੀਕਰਨ ਦੇ ਵੱਖ-ਵੱਖ ਪਹਿਲੂਆਂ ਅਤੇ ਉਹਨਾਂ ਦੇ ਜੀਵਨ ਬਿਰਤਾਂਤ ਦਾ ਜ਼ਿਕਰ ਕੀਤਾ, ਜਿਨ੍ਹਾਂ ਜ਼ਮੀਨੀ ਪੱਧਰ ਤੇ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ। ਇਧਰ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤੀ ਮਹਿਕਮੇ ਨੇ ਔਰਤਾਂ ਨੂੰ ਸਨਮਾਨਿਤ ਕਰਨ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਅੱਜ ਇੱਕ ਸਮਾਗਮ ਦਾ ਆਯੋਜਨ ਕੀਤਾ। ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਵਿੱਤ ਕਮਿਸ਼ਨਰ ਰਾਹੁਲ ਭੰਡਾਰੀ ਨੇ ਔਰਤਾਂ ਨੂੰ ਮਾਲੀ ਤੌਰ ਤੇ ਸੁਤੰਤਰ ਹੋਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਸੈਲਫ ਹੈਲਪ ਗਰੁੱਪਾਂ ਤੋਂ ਇਲਾਵਾ ਨਰੇਗਾ ਤਹਿਤ ਕੰਮ ਕਰ ਰਹੀਆਂ ਮੇਟਸ ਨੂੰ ਵੀ ਸਨਮਾਨਿਤ ਕੀਤਾ। ਦੂਜੇ ਪਾਸੇ ਭਾਰਤੀ ਸਟੇਟ ਬੈਂਕ ਦੀ ਜਲੰਧਰ ਦੇ ਨਿਊ ਜਵਾਨ ਨਗਰ ਕੂਲ ਰੋਡ ਦੀ ਬ੍ਰਾਂਚ ਵਿੱਚ ਕੰਮ ਕਰਦੀਆਂ ਮਹਿਲਾ ਕਰਮਚਾਰੀਆਂ ਨੂੰ ਫੁੱਲ ਭੇਂਟ ਕੀਤੇ ਗਏ। ਬ੍ਰਾਂਚ ਮੈਨੇਜਰ ਪਵਨ ਬਸਤੀ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇਣ ਲਈ ਕੁੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਤੋਂ ਇਲਾਵਾ ESI ਹਸਪਤਾਲ ਜਲੰਧਰ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੁਧਾ ਸ਼ਰਮਾ ਅਤੇ ਹੋਰਨਾਂ ਮਹਿਲਾ ਡਾਕਟਰਾਂ ਨੂੰ ਫੁੱਲ ਭੇਂਟ ਕਰਕੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਪਵਨ ਬਸਤੀ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਬੇਮਿਸਾਲ ਭੂਮਿਕਾ ਨਿਭਾਉਣ ਲਈ ਹੋਰ ਮਹਿਲਾ ਸਿਹਤ ਕਾਮਿਆਂ ਦਾ ਵੀ ਸਨਮਾਨ ਕੀਤਾ ਗਿਆ। ਕੰਨਿਆ ਮਹਾਵਿਦਿਆਲਿਆ ਜਲੰਧਰ ਵਿੱਚ ਕੌਮਾਂਤਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਲਤਾ ਮੰਗੇਸ਼ਕਰ ਨਾਈਟ ਕਰਵਾਈ ਗਈ। ਇਸ ਪ੍ਰੋਗਰਾਮ ਰਾਹੀਂ ਭਾਰਤ ਦੀ ਮਹਾਨ ਸਪੁੱਤਰੀ ਲਤਾ ਮੰਗੇਸ਼ਕਰ ਨੂੰ ਸੰਗੀਤਮਈ ਸ਼ਰਧਾਂਜਲੀ ਦਿੱਤੀ ਗਈ। ਕਾਲਜ ਦੀਆਂ ਟੀਚਰਾਂ ਅਤੇ ਵਿਦਿਆਰਥਣਾਂ ਨੇ ਲਤਾ ਮੰਗੇਸ਼ਕਰ ਵੱਲੋਂ ਗਾਏ ਕੁਝ ਹਰਮਨ ਪਿਆਰੇ ਗੀਤਾਂ ਤੇ ਆਧਾਰਿਤ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਲਤਾ ਮੰਗੇਸ਼ਕਰ ਦੇ ਪ੍ਰੇਰਨਾਦਾਇਕ ਜੀਵਨ ਨੂੰ ਬਿਆਨ ਕਰਦੀ ਇੱਕ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਵੀ ਪੇਸ਼ ਕੀਤੀ ਗਈ।
ਪ੍ਰਿੰਸੀਪਲ ਪ੍ਰੋਫੈਸਰ ਅਤਿਮਾ ਸ਼ਰਮਾ ਦਿਵੇਦੀ ਨੇ ਕੌਮਾਂਤਰੀ ਮਹਿਲਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਵਿਸ਼ਵ ਪੱਧਰ ਤੇ ਮਹਿਲਾਵਾਂ ਦੀ ਬਦਲ ਰਹੀ ਸਥਿਤੀ ਅਤੇ ਭੂਮਿਕਾ ਨੂੰ ਉਤਸ਼ਾਹਜਨਕ ਦੱਸਿਆ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ 'ਚ ਆਪਣੀ ਪ੍ਰਤਿਭਾ ਤੇ ਯੋਗਤਾ ਨਾਲ ਮਹਿਲਾ ਸਸ਼ਕਤੀਕਰਨ ਦੀ ਧਾਰਨਾ ਨੂੰ ਸਾਕਾਰ ਕਰਨ ਵਾਲੀਆਂ ਪ੍ਰਸਿੱਧ ਸ਼ਖਸੀਅਤਾਂ ਨੂੰ ਕਾਲਜ ਵੱਲੋਂ ਚੈਂਪੀਅਨ ਆਫ ਦੀ ਚੇਂਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਆਉਂਦੇ ਵੀਰਵਾਰ ਹੋਵੇਗੀ, ਜਿਸ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਹੀ 9 ਵਿਧਾਨ ਸਭਾ ਹਲਕਿਆਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਕਪੂਰਥਲਾ ਰੋਡ ਸਥਿਤ 3 ਇਮਾਰਤਾਂ ਵਿੱਚ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ। ਇੱਕ ਰਿਪੋਰਟ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਜਿਸ ਦੀ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਵੀ ਬੇਸਬਰੀ ਨਾਲ ਉਡੀਕ ਹੈ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਾਂਗ ਜਲੰਧਰ ਜ਼ਿਲ੍ਹੇ ਵਿੱਚ ਵੀ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਦੀ ਦੇਖਰੇਖ ਹੇਠ ਵੋਟਾਂ ਦੀ ਗਿਣਤੀ ਦੇ ਕੰਮ ਲਈ ਤਿਆਰੀਆਂ ਜ਼ੋਰਾਂ ਤੇ ਨੇ। ਜ਼ਿਲ੍ਹੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਪੱਛਮੀ, ਜਲੰਧਰ ਕੈਂਟ, ਆਦਮਪੁਰ, ਫਲੌਰ, ਨਕੋਦਰ, ਸ਼ਾਹਕੋਟ ਅਤੇ ਕਰਤਾਰਪੁਰ ਵਿੱਚ ਪਈਆਂ ਵੋਟਾਂ ਦੀ ਗਿਣਤੀ ਜਲੰਧਰ ਦੇ ਕਪੂਰਥਲਾ ਰੋਡ ਸਥਿਤ ਸਪੋਰਟਸ ਕਾਲਜ, ਮੈਰੀਟੋਰੀਅਸ ਸਕੂਲ ਅਤੇ ਜ਼ਿਲ੍ਹਾ ਭੌਂ ਰਿਕਾਰਡ ਦਫ਼ਤਰ ਦੀਆਂ ਇਮਾਰਤਾਂ ਵਿੱਚ ਬਣਾਏ ਗਏ ਗਿਣਤੀ ਕੇਂਦਰਾਂ ਵਿੱਚ ਹੋਵੇਗੀ। ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਿਆਮ ਥੋਰੀ ਨੇ ਦੂਰਦਰਸ਼ਨ ਖਬਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਗਿਣਤੀ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਦੱਸਿਆ। ਇਹ ਸਾਰੇ 9 ਦੇ 9 ਅਸੈਂਬਲੀ ਕਨਸਟੀਟੂਐਂਸੀ ਦੇ ਵਿੱਚ ਜਿਹੜਾ ਸਾਡਾ ਅੰਦਰ ਵਾਇਰਡ ਮੈਸ਼ ਫਰੇਮਵਰਕ ਬਣਦਾ ਹੈ, ਜਿਹਦੇ ਵਿੱਚ ਇੱਕ ਪਾਸੇ ਕਾਊਂਟਿੰਗ ਏਜੰਟ ਹੁੰਦੇ, ਅੰਦਰਲੇ ਪਾਸੇ ਕਾਊਂਟਿੰਗ ਸਟਾਫ ਹੁੰਦਾ, ਉਹ ਸਾਰਾ ਬਣ ਚੁੱਕਿਆ ਹੈ। CCTV ਅਰੇਂਜਮੈਂਟ ਸਾਰਾ, ਜਿਹੜੀ ਸਟਰੋਂਗ ਰੂਮ ਤੋਂ ਕਾਊਂਟਿੰਗ ਹਾਲ ਤੱਕ EVM ਮੂਵਮੈਂਟ ਹੋਏਗੀ, ਉਹ ਪੂਰੀ ਵੀਡੀਓਗ੍ਰਾਫੀ ਦੇ ਅੰਡਰ ਹੋਏਗੀ। ਜਿਹੜੀ ਅਪਾਇੰਟਮੈਂਟ ਆਫ ਕਾਊਂਟਿੰਗ ਏਜੰਟ ਹੈ ਉਹ ਵੀ ਹੋ ਚੁੱਕੇ ਨੇ। ਸੋ 14 ਜਿਹੜੇ ਹੈਗੇ ਟੇਬਲ ਹਰੇਕ ਕਨਸਟੀਟੂਐਂਸੀ ਦੇ ਵਿੱਚ ਅਰੇਂਜ ਕੀਤੇ ਨੇ, ਉਹ ਵੀ 2 ਹਾਲ ਦੇ ਵਿੱਚ। ਪਹਿਲਾਂ ਆਪਾਂ ਦੇਖਦੇ ਸੀ ਕਿ ਜਦੋਂ ਤੱਕ ਕੋਵਿਡ ਦਾ ਪ੍ਰਕੋਪ ਨਹੀਂ ਸੀਗਾ, ਹਰੇਕ ਹਾਲ ਦੇ ਵਿੱਚ 14 ਟੇਬਲ ਲਗਾਏ ਜਾਂਦੇ ਸੀਗੇ। ਇਸ ਵਾਰ 2-2 ਹਾਲ ਕ੍ਰੀਏਟ ਕੀਤੇ ਗਏ ਨੇ, ਜਾਂ ਜਿੱਥੇ ਇੱਕ ਹਾਲ ਹੈ ਉਹਦੇ ਵਿੱਚ ਪਾਰਟੀਸ਼ਨ ਕਰਕੇ। ਸੋ ਇਹ 14 ਹਾਲ ਦੇ ਵਿੱਚ 14 ਕਾਊਂਟਿੰਗ ਏਜੰਟ ਉੱਥੇ ਦੀ ਪ੍ਰੋਵੀਜ਼ਨ ਕੀਤੀ ਗਈ ਹੈ। ਤੇ ਇਸ ਤੋਂ ਇਲਾਵਾ ਜਿਹੜੇ ਹੈਗੇ 3 ਜਿਹੜੇ ਐਡੀਸ਼ਨਲ ਟੇਬਲ, ਜਾਂ ਹੋ ਸਕਦਾ ਕੋਈ RO 4 ਵੀ ਕਰੇ, ਉਹ ਹੈਗੇ ਪੋਸਟਲ ਬੈਲਟ ਤੇ ETB ਬੇਸ ਕਾਊਂਟਿੰਗ ਲਈ। ਸੋ ਉਹ ਜਿਹੜੇ ਹੈਗੇ ਉੱਥੇ ਵੀ ਇੱਕ ਕਾਊਂਟਿੰਗ ਏਜੰਟ ਦੀ ਐਡੀਸ਼ਨਲ ਪ੍ਰੋਵੀਜ਼ਨ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੀਡੀਆ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਗਿਣਤੀ ਦੇ ਹਰ ਰਾਊਂਡ ਤੋਂ ਬਾਅਦ ਰੁਝਾਨ ਲੋਕਾਂ ਨੂੰ ਉਪਲਬਧ ਕਰਵਾਏ ਜਾ ਸਕਣ। ਮੀਡੀਆ ਲਈ ਅਸੀਂ ਸਪੈਸ਼ਲ ਅਰੇਂਜਮੈਂਟਸ ਕੀਤੇ ਨੇ। ਇੱਥੇ ਜਿਹੜਾ ਸਾਡਾ ਇਹ ਸਕੂਲ ਦੇਖ ਰਹੇ ਹੋ ਸਾਹਮਣੇ ਵਾਲਾ, ਇਹਦੇ ਵਿੱਚ ਅਸੀਂ ਇੱਕ ਹਾਲ ਬਣਾਇਆ ਤੇ ਬਾਹਰ ਟੈਂਟਡ ਅਕੋਮੋਡੇਸ਼ਨ ਵੀ ਅਰੇਂਜ ਕੀਤੀ ਗਈ ਹੈ, ਤਾਂ ਕਿ ਅਸੀਂ ਇੱਥੇ 100 ਦੇ ਆਸ-ਪਾਸ ਕੁਰਸੀਆਂ ਲਗਾਵਾਂਗੇ। ਤੇ ਉੱਥੇ ਹੀ ਅਸੀਂ ਸਾਡਾ LED ਪੈਨਲ ਵਗੈਰਾ ਸਾਰੇ ਚੈਨਲਸ ਦਾ ਵੀ ਦੇ ਦਿੱਤਾ ਹੈ। ਉੱਥੇ ਹੀ ਲੈਪਟਾਪ ਵਗੈਰਾ ਦਾ ਅਰੇਂਜਮੈਂਟ ਜਿਹੜੀ ECI ਦੀ ਵੈਬਸਾਈਟ ਦੇ ਵਿੱਚ ਬੜਾ ਲਾਈਵ ਕਾਊਂਟਿੰਗ ਟ੍ਰੈਂਡ ਹੋ ਜਾਏ ਉਹ ਵੀ ਹੈ। ਤੇ ਅਸੀਂ ਸਾਰੇ AC ਵਾਈਜ਼ ਜਿਹੜਾ ਰਾਊਂਡ ਵਾਈਜ਼ ਜਦੋਂ ਅਬਜ਼ਰਵਰ ਤੇ ਰਿਟਰਨਿੰਗ ਆਫਿਸਰ ਸਾਈਨ ਕਰ ਦੇਣਗੇ, ਉਹਦੀ ਵੀ ਕਾਪੀ ਭਿਜਵਾਉਣ ਲਈ ਇੰਤਜ਼ਾਮ ਰੱਖਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਅਨੁਸਾਰ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਨਤੀਜੇ ਦੁਪਹਿਰ 12 ਤੋਂ 2 ਵਜੇ ਤੱਕ ਮਿਲਣ ਦੀ ਸੰਭਾਵਨਾ ਹੈ। ਤੋ ਜਿੰਨੇ ਤੱਕ ਸਾਡੀ ਉਮੀਦ ਹੈ ਵੀ ਅਰਬਨ ਕਨਸਟੀਟੂਐਂਸੀ ਦਾ ਸਾਨੂੰ, ਕਿਉਂਕਿ ਰਾਊਂਡ ਉਹਨਾਂ ਦੇ ਘੱਟ ਨੇ, ਬੂਥ ਘੱਟ ਨੇ, ਤੇ 12:30 ਤੱਕ ਸ਼ਾਇਦ ਉਹਨਾਂ ਦਾ EVM ਕਾਊਂਟਿੰਗ ਕੰਪਲੀਟ ਨੇੜੇ ਤੇੜੇ ਹੋ ਜਾਣੀ ਜੀ। ਐਂਡ ਜਿਹੜੇ ਰੂਰਲ ਕਨਸਟੀਟੂਐਂਸੀ ਜਿੱਥੇ 250 ਦੇ ਲੱਗੇ ਹੈ, ਉਹ 1:30-2 ਵਜੇ ਤੱਕ ਜਿਹੜਾ ਹੈਗਾ EVM ਕਾਊਂਟਿੰਗ ਮੁਕੰਮਲ ਹੋ ਜਾਣੀ ਹੈ। ਉਸ ਤੋਂ ਬਾਅਦ ਮੈਂਡੇਟਰੀ ਜਿਹੜੀ VVPAT ਸਲਿੱਪ ਹਰੇਕ ਕਨਸਟੀਟੂਐਂਸੀ ਦੇ ਵਿੱਚ ਰੈਂਡਮਲੀ ਸਿਲੈਕਟਡ 5 ਬੂਥ ਹੋਣਗੇ, ਜਿਨ੍ਹਾਂ ਦੀ ਉਹ VVPAT ਪਰਚੀਆਂ ਮਿਲਾਨ। ਉਹ ਮੈਂ ਸਮਝਦਾ 2-3 ਘੰਟੇ ਐਡੀਸ਼ਨਲ ਲੱਗਦੇ ਨੇ, ਬਟ ਉਦੋਂ ਤੱਕ ਬਾਈ ਐਂਡ ਲਾਰਜ ਰਿਜ਼ਲਟ ਕਲੀਅਰ ਹੋ ਜਾਂਦਾ। ਸੋ ਉਹ ਇੱਕ ਆਪਾਂ ਨੂੰ ਰਿਜ਼ਲਟ ਦਾ ਫਾਈਨਲਾਈਜੇਸ਼ਨ ਦਾ ਆਲਮੋਸਟ ਪਤਾ ਚੱਲ ਜਾਂਦਾ। ਆਖਰ 10 ਮਾਰਚ ਨੂੰ ਲੰਮੀਆਂ ਚੱਲੀਆਂ ਕਿਆਸ-ਰਾਈਆਂ ਦਾ ਦੌਰ ਖਤਮ ਹੋਵੇਗਾ ਅਤੇ ਪੰਜਾਬ ਵਿੱਚ ਬਣਨ ਵਾਲੀ ਨਵੀਂ ਸਰਕਾਰ ਬਾਰੇ ਸਥਿਤੀ ਸਪਸ਼ਟ ਹੋਵੇਗੀ। ਕੈਮਰਾਮੈਨ ਰਣਜੀਤ ਸਿੰਘ ਦੇ ਨਾਲ ਊਸ਼ਾ ਪਵਾਰ, ਦੂਰਦਰਸ਼ਨ ਸਮਾਚਾਰ, ਜਲੰਧਰ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾਨੀ ਬਿਸਵਨਾਥ ਦਾਸ, ਆਜ਼ਾਦ ਭਾਰਤ ਦੇ ਅਣਵੰਡੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ, ਅਹਿਮਦਾਬਾਦ 'ਚ ਭਾਰਤ ਛੱਡੋ ਅੰਦੋਲਨ ਦੌਰਾਨ ਸਰਗਰਮ ਭੂਮਿਕਾ ਨਿਭਾਉਣ ਵਾਲੇ ਬਸੰਤ ਲਾਲ ਰਾਵਤ ਅਤੇ ਦਿੱਲੀ ਦੇ ਸੁਤੰਤਰਤਾ ਸੰਗਰਾਮੀ ਵਜੂਦ ਅਲੀ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਦੀ ਕੜੀ 'ਚ ਅਸੀਂ ਸੁਤੰਤਰਤਾ ਸੈਨਾਨੀ ਬਿਸਵਨਾਥ ਦਾਸ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ 8 ਮਾਰਚ 1899 ਨੂੰ ਹੋਇਆ ਸੀ। ਉਹ ਮਹਾਤਮਾ ਗਾਂਧੀ ਦੇ ਕਹਿਣ ਤੇ 1921 ਵਿੱਚ ਵਕਾਲਤ ਛੱਡ ਕੇ ਨਾਮ ਮਿਲਵਰਤਨ ਅੰਦੋਲਨ ਵਿੱਚ ਸ਼ਾਮਿਲ ਹੋ ਗਏ ਸਨ।
ਬਿਸਵਨਾਥ ਦਾਸ 1921 ਤੋਂ 1930 ਤੱਕ ਮਦਰਾਸ ਸੂਬੇ ਦੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਹੇ ਅਤੇ 1931 ਵਿੱਚ ਅਸਤੀਫਾ ਦੇ ਕੇ ਨਮਕ ਸੱਤਿਆਗ੍ਰਹਿ 'ਚ ਸ਼ਾਮਿਲ ਹੋ ਗਏ। ਉਹਨਾਂ ਨੇ ਉੜੀਸਾ ਭਾਸ਼ੀ ਲੋਕਾਂ ਲਈ ਵੱਖਰੇ ਸੂਬੇ ਦੇ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਈ। ਉਹ 1937 ਤੋਂ 39 ਦੇ ਦੌਰਾਨ ਬ੍ਰਿਟਿਸ਼ ਸ਼ਾਸਨ ਦੇ ਉੜੀਸਾ ਸੂਬੇ ਦੇ ਪ੍ਰਧਾਨ ਮੰਤਰੀ ਬਣੇ। ਉਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਅਪੀਲ ਤੇ 4 ਨਵੰਬਰ 1939 ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। Britain, it has been recognized in statutes. Parliament derives its power from the people of Britain, and Parliament was exercising the power of paramountcy. That being the position, I do not see any reason how the state rulers and their representatives could object to these expressions. ਸੰਵਿਧਾਨ ਸਭਾ 'ਚ 18 ਦਸੰਬਰ 1946 ਨੂੰ ਬਿਸਵਨਾਥ ਦਾਸ ਦਾ ਭਾਸ਼ਣ। There is no reason for anyone to think that India would think of any other sovereign state than a republic. And a republic does not mean wiping off the states. I think that's an apprehension that is unfounded. ਸੁਤੰਤਰਤਾ ਤੋਂ ਬਾਅਦ ਬਿਸਵਨਾਥ 1950 'ਚ ਲੋਕ ਸਭਾ ਲਈ ਚੁਣੇ ਗਏ ਤੇ ਉਤਕਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। 1962 ਵਿੱਚ ਉੱਤਰ ਪ੍ਰਦੇਸ਼ ਸੂਬੇ ਦੇ ਰਾਜਪਾਲ ਨਿਯੁਕਤ ਕੀਤੇ ਗਏ ਅਤੇ ਬਾਅਦ ਵਿੱਚ 1971 ਵਿੱਚ ਉੜੀਸਾ ਦੇ ਮੁੱਖ ਮੰਤਰੀ ਬਣੇ। ਉੜੀਸਾ ਦੇ ਮੁੜ ਵਿਕਾਸ ਵਿੱਚ ਅਹਿਮ ਯੋਗਦਾਨ ਦੇਣ ਵਾਲੇ ਬਿਸਵਨਾਥ ਦਾਸ ਦਾ 2 ਜੂਨ 1984 ਨੂੰ ਦੇਹਾਂਤ ਹੋ ਗਿਆ। ਮਹਾਨ ਭਾਰਤੀ ਨੂੰ ਨਮਨ। ਅੱਜ ਅਸੀਂ ਸੁਤੰਤਰਤਾ ਸੈਨਾਨੀ ਅਤੇ ਸੁਤੰਤਰ ਭਾਰਤ ਵਿੱਚ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ 8 ਮਾਰਚ 1899 ਨੂੰ ਹੋਇਆ ਸੀ। ਉਹ ਲਾਲਾ ਲਾਜਪਤ ਰਾਏ, ਪੰਡਿਤ ਮਦਨ ਮੋਹਨ ਮਾਲਵੀਆ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ। ਪੇਸ਼ੇ ਤੋਂ ਮੈਡੀਕਲ ਡਾਕਟਰ ਗੋਪੀ ਚੰਦ ਦਾ ਜਨਮ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਹੋਇਆ ਸੀ। ਉਹ 1919 ਵਿੱਚ ਜਲਿਆਂਵਾਲੇ ਬਾਗ ਦੇ ਕਤਲੇਆਮ ਤੋਂ ਦੁਖੀ ਹੋ ਕੇ ਰਾਜਨੀਤੀ 'ਚ ਆਏ ਅਤੇ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਿਲ ਹੋਏ। ਉਸ ਤੋਂ ਬਾਅਦ ਗੋਪੀ ਚੰਦ ਨੇ ਗਾਂਧੀ ਜੀ ਵੱਲੋਂ ਸ਼ੁਰੂ ਕੀਤੇ ਗਏ ਹਰੇਕ ਅੰਦੋਲਨ ਵਿੱਚ ਹਿੱਸਾ ਲਿਆ ਤੇ 1921 ਤੋਂ 1942 ਦੌਰਾਨ ਕਈ ਵਾਰ ਜੇਲ੍ਹ ਗਏ। ਉਹਨਾਂ ਨੇ ਕਾਂਗਰਸ ਸੰਗਠਨ ਵਿੱਚ ਕਈ ਅਹੁਦੇ ਸੰਭਾਲੇ। 1946 ਵਿੱਚ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਭਾਰਤ ਦੀ ਸੁਤੰਤਰਤਾ ਤੋਂ ਬਾਅਦ ਸਰਦਾਰ ਪਟੇਲ ਦੇ ਕਹਿਣ ਤੇ ਉਹਨਾਂ ਨੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਕਰ ਲਿਆ। ਉਹ 3 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਉਹ ਗਾਂਧੀ ਮੈਮੋਰੀਅਲ ਫੰਡ ਦੇ ਪਹਿਲੇ ਪ੍ਰਧਾਨ ਵੀ ਸਨ। 26 ਦਸੰਬਰ 1966 ਨੂੰ ਗੋਪੀ ਚੰਦ ਦਾ ਦੇਹਾਂਤ ਹੋ ਗਿਆ। ਸਾਡੇ ਵੱਲੋਂ ਮਹਾਨ ਰਾਸ਼ਟਰਵਾਦੀ ਨੂੰ ਨਮਨ। ਅੱਜ ਅਸੀਂ ਸ਼ਹੀਦ ਬਸੰਤ ਲਾਲ ਰਾਵਤ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਉਹਨਾਂ ਨੇ 1942 ਵਿੱਚ ਅਹਿਮਦਾਬਾਦ ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਸਰਗਰਮ ਰੂਪ 'ਚ ਹਿੱਸਾ ਲਿਆ ਸੀ। ਬ੍ਰਿਟਿਸ਼ ਸ਼ਾਸਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਗੋਲੀਬਾਰੀ 'ਚ ਬਸੰਤ ਲਾਲ ਸ਼ਹੀਦ ਹੋ ਗਏ। ਭਾਰਤ ਦੇ ਮਹਾਨ ਸਪੂਤ ਨੂੰ ਸਾਡਾ ਨਮਨ। ਅੱਜ ਅਸੀਂ ਦਿੱਲੀ ਦੇ ਨਿਵਾਸੀ ਸੁਤੰਤਰਤਾ ਸੈਨਾਨੀ ਵਜੂਦ ਅਲੀ ਨੂੰ ਵੀ ਯਾਦ ਕਰ ਰਹੇ ਹਾਂ। ਉਹਨਾਂ ਨੇ 1857 'ਚ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ 'ਚ ਹਿੱਸਾ ਲਿਆ ਸੀ। ਦਿੱਲੀ ਦੇ ਲੈਫਟੀਨੈਂਟ ਕਮਾਂਡਰ ਦੀ ਹੱਤਿਆ ਅਤੇ ਰਾਜ ਧਰੋਹ ਦੇ ਦੋਸ਼ਾਂ 'ਚ ਬ੍ਰਿਟਿਸ਼ ਸੈਨਾ ਨੇ ਵਜੂਦ ਅਲੀ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ 8 ਮਾਰਚ 1858 ਨੂੰ ਫਾਂਸੀ ਦੇ ਦਿੱਤੀ ਗਈ। ਸ਼ਹੀਦ ਵਜੂਦ ਅਲੀ ਨੂੰ ਨਮਨ। ਆਪਰੇਸ਼ਨ ਗੰਗਾ ਤਹਿਤ 22 ਫਰਵਰੀ ਤੋਂ ਵਿਸ਼ੇਸ਼ ਉਡਾਨਾਂ ਸ਼ੁਰੂ ਹੋਣ ਮਗਰੋਂ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ ਤਕਰੀਬਨ 18,000 ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਿਆ ਹੈ। 75 ਵਿਸ਼ੇਸ਼ ਉਡਾਨਾਂ ਵਿੱਚ 15,500 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ, ਜਦਕਿ ਭਾਰਤੀ ਹਵਾਈ ਫੌਜ ਨੇ ਆਪਰੇਸ਼ਨ ਗੰਗਾ ਦੇ ਹਿੱਸੇ ਵਜੋਂ 2,467 ਮੁਸਾਫਿਰਾਂ ਨੂੰ ਵਾਪਸ ਲਿਆਉਣ ਲਈ 12 ਉਡਾਨਾਂ ਭੇਜੀਆਂ। ਰੋਮਾਨੀਆ ਦੇ ਸੁਸੇਵਾ ਤੋਂ 2 ਵਿਸ਼ੇਸ਼ ਉਡਾਨਾਂ ਵਿੱਚ ਅੱਜ ਕੁੱਲ 410 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਆਪਰੇਸ਼ਨ ਗੰਗਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਯੂਕਰੇਨ ਤੋਂ ਵਾਪਸ ਆਏ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੂੰ ਅੱਜ ਹਮੀਰਪੁਰ ਵਿੱਚ ਮਿਲਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਪਰੇਸ਼ਨ ਗੰਗਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦਿਆਰਥੀਆਂ ਨੂੰ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਾਉਣ ਅਤੇ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। मैं पहले तो यूक्रेन से युद्ध के वातावरण से, युद्ध की भूमि से सुकुशल भारत वापस लौटने पर बधाई देता हूं। आदरणीय प्रधानमंत्री नरेंद्र मोदी जी का आभार प्रकट करता हूं, जिन्होंने संकट और युद्ध की घड़ी में भी
हर एक वो सुविधा विदेश से वापस बच्चों को लाने में दी। माननीय प्रधानमंत्री जी ने यूक्रेन के और रशिया के दोनों ही राष्ट्रपतियों से बातचीत की। आप देखिए, जहां पर बम धमाके, मिसाइल्स, गोली बारूद चल रही हो, उसके बीच में से दूसरे देश में से बच्चों को निकालने का काम मां गंगा का आशीर्वाद लेकर ऑपरेशन गंगा करने वाले नरेंद्र मोदी जी ने ही किया है। यूक्रेन 'ਚ पढ़ाई करने वाले भारतीय विद्यार्थी ਵੱਖ-ਵੱਖ ਦੂਤਕਰਾਂ ਦੀ ਮਦਦ ਨਾਲ ਸੁਰੱਖਿਅਤ ਘਰ ਵਾਪਸ ਪਰਤ ਰਹੇ ਨੇ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੀ ਸ਼ਰੂਤੀ ਲੋਟਾਵਾ ਵੀ 3 ਸਾਲ ਲਈ ਖਾਰਕਿਵ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚੋਂ ਡਾਕਟਰੀ ਦੀ ਪੜ੍ਹਾਈ ਵਿਚਾਲੇ ਛੱਡ ਕੇ ਸੁਰੱਖਿਅਤ ਘਰ ਪਰਤੀ ਏ। ਸ਼ਰੂਤੀ ਦੀ ਘਰ ਵਾਪਸੀ ਤੇ ਪਰਿਵਾਰਕ ਮੈਂਬਰਾਂ 'ਚ ਖੁਸ਼ੀ ਦੇਖਣ ਨੂੰ ਮਿਲ ਰਹੀ ਏ। ਸ਼ਰੂਤੀ ਨੇ ਮੌਜੂਦਾ ਸੰਘਰਸ਼ ਦੌਰਾਨ ਯੂਕਰੇਨ ਵਿੱਚ ਕੁਝ ਹੋਰਨਾਂ ਵਿਦਿਆਰਥੀਆਂ ਵਾਂਗ ਆਪਣੇ ਨਾਲ ਹੱਡਬੀਤੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਆਪਣੀ ਸੁਰੱਖਿਅਤ ਘਰ ਵਾਪਸੀ ਲਈ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਏ। ਭਾਰਤ ਸਰਕਾਰ ਨੇ ਬਹੁਤ ਸਾਡੀ ਹੈਲਪ ਕਰੀ। ਸਾਨੂੰ ਸਾਡਾ ਅੱਜ ਹੁਣ ਤੱਕ ਦਾ ਕੋਈ ਪੈਸਾ ਨਹੀਂ ਲੱਗਿਆ, ਇੱਕ ਵੀ ਪੈਸਾ ਨਹੀਂ ਲੱਗਿਆ। ਨਾ ਸਾਡੀ ਟਿਕਟ ਦਾ ਪੈਸਾ ਲੱਗਿਆ, ਨਾ ਸਾਡੀ ਟ੍ਰੇਨ ਦੀ ਟਰੈਵਲਿੰਗ ਦਾ ਪੈਸਾ ਲੱਗਿਆ, ਨਾ ਸਾਡਾ ਰਹਿਣ ਦਾ ਪੈਸਾ ਲੱਗਿਆ। ਮੈਂ ਹੰਗਰੀ ਵੀ ਰਹਿ ਕੇ ਆਈ ਹਾਂ 3 ਦਿਨ, ਤੇ ਸਾਡਾ ਹੋਟਲ ਦੀ ਅਕੋਮੋਡੇਸ਼ਨ ਕੁਝ ਵੀ ਕਿਸੇ ਕੋਈ ਪੈਸਾ ਨਹੀਂ ਲੱਗਿਆ। ਸਾਰਾ ਜੋ ਵੀ ਖਰਚਾ ਸੀਗਾ ਸਾਰਾ ਮੋਦੀ ਦੀ ਗਵਰਨਮੈਂਟ ਨੇ, ਐਮਬੈਸੀ ਨੇ ਸਾਰਾ ਚੁੱਕਿਆ। ਮੋਹਾਲੀ ਦੀ ਇੱਕ ਅਦਾਲਤ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ 22 ਮਾਰਚ ਤੱਕ ਅੱਗੇ ਵਧਾ ਦਿੱਤਾ ਹੈ। ਅੱਜ ਰਿਮਾਂਡ ਖਤਮ ਹੋਣ ਤੇ ਉਹ ਮੋਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਪੇਸ਼ ਹੋਏ। ਇਸ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ, ਜਿਸ ਨਾਲ ਅਦਾਲਤ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੋਈ। ਮਗਰੋਂ ਮਜੀਠੀਆ ਤੇ ਵਕੀਲ ਡੀਐਸ ਸੋਪਤੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮਜੀਠੀਆ ਨੂੰ ਬਦਲਾਖੋਰੀ ਤਹਿਤ ਫਸਾਇਆ ਹੈ। ਪੰਜਾਬ ਅਸੈਂਬਲੀ ਚੋਣਾਂ ਲਈ 20 ਫਰਵਰੀ ਨੂੰ ਹੋਈ ਪੋਲਿੰਗ ਦੀ ਗਿਣਤੀ 10 ਮਾਰਚ ਨੂੰ ਕੀਤੀ ਜਾਵੇਗੀ। ਇਸ ਲਈ ਸਾਰੇ 117 ਅਸੈਂਬਲੀ ਹਲਕਿਆਂ ਵਿੱਚ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਗਿਣਤੀ ਆਉਣ ਵਾਲੇ ਰੁਝਾਨਾਂ, ਨਤੀਜਿਆਂ, ਚੁਣਾਵੀ ਉਲਟ-ਫੇਰ ਅਤੇ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਸਮੇਤ ਨਤੀਜਿਆਂ ਨਾਲ ਜੁੜੇ ਹੋਰ ਕਈ ਪੱਖ ਦੇ ਮੁੱਦਿਆਂ ਤੇ ਡੀਡੀ ਪੰਜਾਬੀ ਵੱਲੋਂ ਆਪਣੇ ਸਟੂਡੀਓ ਵਿੱਚ ਜਨਾਦੇਸ਼ ਪੰਜਾਬ 2022 ਤਹਿਤ ਚਰਚਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਚਰਚਾ ਦਾ ਸਿੱਧਾ ਪ੍ਰਸਾਰਣ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਦਿਨ ਭਰ ਤੱਕ ਚੱਲਦਾ ਰਹੇਗਾ। ਇਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਡੀਡੀ ਪੰਜਾਬੀ ਦੇ ਦਰਸ਼ਕਾਂ ਨਾਲ ਰੂਬਰੂ ਹੋਣਗੇ। ਜਨਾਦੇਸ਼ 2022 10 ਮਾਰਚ ਦਿਨ ਵੀਰਵਾਰ ਸਵੇਰੇ 7 ਵਜੇ ਤੋਂ ਲਗਾਤਾਰ ਸਿੱਧਾ ਪ੍ਰਸਾਰਣ ਡੀਡੀ ਪੰਜਾਬੀ ਤੇ। ਖਬਰਾਂ ਦੇ ਬੁਲੇਟਿਨ ਸਾਰੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ। ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ। ਤੁਸੀਂ ਵੀ ਬਾਹਰ ਜਾਣ ਵੇਲੇ ਮਾਸਕ ਲਗਾ ਕੇ ਜਾਓ। ਇਜਾਜ਼ਤ ਦਿਓ। ਨਮਸਕਾਰ।